अवले अल्लाह नूर उपाया कुदरत के सब बंदे एक नूर दे सब जग उपजा कौन भले को मंदे। देश विदेश ਵਿੱਚ ਬੈਠੀਆਂ ਪ੍ਰੋਗਰਾਮ ਇੱਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ। ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ ਸਵਾਗਤ ਹੈ ਜੀ। ਸੰਗਤ ਜੀ, ਪ੍ਰੋਗਰਾਮ ਇੱਕ ਨੂਰ ਵਿੱਚ ਜੋ ਆਪਾਂ ਕੱਲ ਵਿਚਾਰ ਦੀ ਲੜੀ ਆਰੰਭ ਕੀਤੀ ਸੀ ਗੁਰੂ ਬਾਬੇ ਦੀ ਬਗਦਾਦ ਫੇਰੀ ਤੇ, ਫਿਰ ਬਾਬਾ ਗਿਆ ਬਗਦਾਦ ਨੂੰ ਆਪਾਂ ਇਹ ਸ਼ਬਦ ਦਾ ਉਚਾਰਨ ਕੀਰਤਨ ਤਾਂ ਪਹਿਲਾਂ ਵੀ ਕਰਦੇ ਸੀ, ਪਰ ਉਹਦੀ ਕੁਝ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਨਾਲ ਸਰਦਾਰ ਕਮਲਜੀਤ ਸਿੰਘ ਜੀ ਜੋ ਕਿ ਇੱਕ ਚੰਗੇ ਐਕਸਪੋਰਟਰ ਨੇ ਗਵਰਨਮੈਂਟਸ ਦੇ, USA ਤੋਂ ਚੰਗਾ ਆਪਣਾ ਬਿਜ਼ਨਸ ਐਸਟੈਬਲਿਸ਼ ਹੈ ਇਹਨਾਂ ਦਾ, ਪਰ ਨਾਲ ਹੀ ਨਾਲ ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬੜਾ ਗੂੜਾ ਪਿਆਰ ਪਿਆ ਹੋਇਆ ਹੈ ਕਿ ਗੁਰੂ ਸਾਹਿਬ ਦੇ ਬਾਜ ਦੀ ਬੜੀ ਇਹਨਾਂ ਨੂੰ ਯਾਦ ਆਉਂਦੀ ਰਹਿੰਦੀ ਹੈ। ਕਦੀ ਸਾਹਿਬ ਫਾਲਕਨ ਕਹਿੰਦੇ, ਕਦੀ ਫਾਲਕਨ ਸਪਰਾਈਡ ਕਹਿੰਦੇ ਆ। ਸੋ ਆਪਣੇ ਤੌਰ ਦੇ ਉੱਤੇ ਬੜੇ ਉਦਮ ਕਰਦੇ ਪਏ ਨੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ, ਉਹਨਾਂ ਨੂੰ ਗੁਰਮਤਿ ਪ੍ਰਚਾਰ ਦੇ ਵਿੱਚ ਜੋੜਨ ਦੇ ਵਾਸਤੇ ਵੀ ਉਪਰਾਲੇ ਕਰਦੇ ਪਏ ਨੇ। ਬੜੇ ਉਦਮਸ਼ੀਲ ਨੇ ਤੇ ਪਹਿਲਾਂ ਆਪਾਂ ਜਾਣ ਹੀ ਲਿਆ ਜੋ ਖੋਜ ਕਰਨ ਦੀ ਇਹਨਾਂ ਦੀ ਬਿਰਤੀ ਹੈ, ਤੇ ਉਹਦੇ ਤੋਂ ਇਹਨਾਂ ਨੇ ਇੱਕ ਸਾਡੇ ਸਾਹਮਣੇ ਇੱਕ ਚੀਜ਼ ਲਿਆ ਕੇ ਦਿੱਤੀ ਹੈ। ਤੇ ਕੱਲ ਕਿਉਂਕਿ ਉੱਥੇ ਆ ਕੇ ਇੱਕ ਸਾਨੂੰ ਵਿਸ਼ਰਾਮ ਲੈਣਾ ਪਿਆ ਸੀ, ਸੋ ਅੱਜ ਅੱਗੇ ਵਧਣ ਤੋਂ ਪਹਿਲਾਂ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਇੱਕ ਨੂਰ ਵਿੱਚ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੇ ਇਹਨਾਂ ਬੋਲਾਂ ਦੇ ਨਾਲ ਆਪਾਂ ਇੱਕ ਵਿਸ਼ਰਾਮ ਲਿਆ ਸੀ ਕੱਲ ਦੇ ਐਪੀਸੋਡ ਦਾ। ਸੋ ਹੁਣ ਉਸ ਤੋਂ ਅੱਗੇ ਦੀ ਵਿਚਾਰ ਕਿ ਸਤਿਗੁਰੂ ਉੱਥੇ ਕਰੀਬ 27 ਦਿਨ ਗੁਜ਼ਾਰੇ ਨੇ ਉਸ ਸਥਾਨ ਦੇ ਉੱਤੇ ਜੀ। ਕੀਰਤਨ ਕੀਤਾ ਹੈ, ਚਰਚਾ ਕੀਤੀ ਹੈ, ਡਾਇਲੋਗ ਕੀਤਾ ਸਤਿਗੁਰਾਂ ਨੇ। ਗੁਰਬੀਰ ਜੀ, ਇਹ ਖਿਆਲ ਰਵੇ ਕਿ 2 ਸਾਲ ਦਾ ਤਵੀਲ ਵਕਫਾ ਹੈ। ਇਟਸ ਕੁਆਇਟ ਅ ਟਾਈਮ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਮੁਲਕਾਂ 'ਚ ਗੁਜ਼ਾਰਿਆ, ਮੱਕੇ ਮਦੀਨੇ। 2 ਸਾਲ ਦਾ। ਹੁਣ ਇਹਦੇ ਵਿੱਚ ਜੇ ਅਰਥਮੈਟਿਕਲੀ ਕੈਲਕੂਲੇਟ ਕਰੀਏ ਤੇ ਜਿਹੜਾ ਜਾਣ ਦਾ ਸਮਾਂ ਹੈ ਸ਼ਾਇਦ ਉਹ ਇਨਕਲੂਡ ਨਾ ਹੋਵੇ, ਤੇ ਸ਼ਾਇਦ ਸਾਨੂੰ ਇਤਿਹਾਸਕ ਆਂਕੜਿਆਂ ਨੂੰ ਹੀ ਬਦਲਣਾ ਪਵੇ ਜੇ ਅਸੀਂ ਸੈਯਦ ਸੰਤ ਪ੍ਰਿਥੀਪਾਲ ਸਿੰਘ ਦੇ ਜਿਹੜੇ ਅਰਬ ਫੇਰੀ ਦੇ ਬਿਰਤਾਂਤ ਨੂੰ ਆਧਾਰ ਬਣਾਈਏ ਜੀ। ਸੋ ਇਸ ਤੋਂ ਅੱਗੇ ਚੱਲੀਏ। ਮਦੀਨੇ ਤੋਂ ਰਵਾਨਾ ਹੋਏ ਗੁਰੂ ਸਾਹਿਬ ਜੀ, ਤੇ ਇੱਕ ਕਫਾ ਥਾਂ ਹੈ ਜਿੱਥੇ ਜਿਹੜਾ ਕਿ ਫਰਾਤ ਨਦੀ ਦੇ ਨੇੜੇ ਹੈ, ਤੇ ਮੁਹੰਮਦ ਸਾਹਿਬ ਦੇ ਪੂਰਵਜਾਂ ਦਾ, ਇਮਾਮ ਮਾਫੀਆ ਦਾ ਜੱਦੀ ਅਸਥਾਨ ਹੈ ਜੀ। ਇੱਥੇ ਅਲੀ ਦੇ ਪੁੱਤਰ ਹੁਸੈਨ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਉਹ ਥਾਂ ਹੈ ਕਫਾ। ਤੇ ਕਬਰਸਤਾਨ ਹੈਗਾ ਉੱਥੇ ਕਫਾ ਦੇ ਵਿੱਚ। ਉੱਥੇ ਗੁਰੂ ਸਾਹਿਬ ਨੇ 3 ਮਹੀਨੇ 23 ਦਿਨ ਪ੍ਰਚਾਰ ਕੀਤਾ ਹੈ ਜੀ। ਤੇ ਉੱਥੇ ਨਾਨਕ ਸ਼ਾਹ ਵਲੀਏ ਹਿੰਦ ਦਾ ਇੱਕ ਮੰਦਿਰ ਹੈ ਜੀ। ਉਹਦੇ ਦੇ ਜਿਹੜੇ ਟੇਕ ਕੇਅਰ ਕਰਨ ਵਾਲੇ ਨੇ ਉਹ ਮਾਵੀਆ ਪੁਜਾਰੀ ਦੀ ਹੀ ਸੰਤਾਨ ਨੇ ਜੀ। ਤੇ ਗੁਰੂ ਸਾਹਿਬ ਕੀਰਤਨ ਕਬਰਸਤਾਨ 'ਚ ਕਰਦੇ ਰਹੇ ਨੇ। ਇਹ ਜਿਹੜੇ ਸਫਰਨਾਮੇ ਦੇ ਕਰਤਾ ਨੇ ਤਾਜਦੀਨ ਜੀ, ਉਹ ਲਿਖ ਰਿਹਾ ਹੈ ਕਿ ਆਵਾਜ਼ਾਂ ਸੁਣ ਕੇ ਅਨੇਕਾਂ ਪਿਆਰੇ ਇਕੱਠੇ ਹੋ ਜਾਂਦੇ ਸਨ। ਅੱਜ ਵੀ ਅਸੀਂ ਦੇਖਦੇ ਹਾਂ ਕਿ ਸੰਗੀਤ ਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ। ਮੈਟਰ ਫੈਕਟ ਚਾਈਲਡ ਸਾਈਕੋਲੋਜਿਸਟ ਤੇ ਇਹ ਵੀ ਕਰਦੇ ਨੇ, ਜਦੋਂ ਛੋਟੇ ਬੱਚੇ ਨੂੰ ਉਹ ਛੁਣਛੁਣੇ ਨਾਲ ਦੇਖਦੇ ਨੇ ਵੀ ਇਹ ਸੁਣ ਸਕਦਾ ਜੀ, ਤੇ ਉਹਦੀ ਹੀਅਰਿੰਗ ਐਬਿਲਿਟੀ ਜਿਹੜੀ ਹੈ ਉਹ ਆਵਾਜ਼ ਦੇ ਨਾਲ ਚੈੱਕ ਕਰਦੇ ਆ। ਨਾਦ ਦੀ ਖਾਸੀਅਤ ਹੀ ਇਹੀ ਹੈ ਜੀ। ਤੇ ਅੱਜ ਵੀ ਜੇ ਅਸੀਂ ਦੇਖਦੇ ਹਾਂ ਵੀ ਅਸੀਂ ਮੁਤਾਸਰ ਹੋ ਜਾਂਦੇ ਹਾਂ ਸੰਗੀਤ ਤੋਂ, ਉਦੋਂ ਗੁਰੂ ਇੱਕ ਬਾਬਾ ਅਕਾਲ ਰੂਪ ਸੀ, ਦੂਜਾ ਰਬਾਬੀ ਮਰਦਾਨਾ ਸੀ, ਤੇ ਯਕੀਨਨ ਗੱਲ ਦੇ ਵਿੱਚ ਕੋਈ ਕਸ਼ਿਸ਼ ਹੋਏਗੀ। ਅੱਜ ਅਸੀਂ ਸਿੰਗਰਜ਼ ਨੂੰ ਹੋ ਚੁੱਕੇ ਤੇ ਅੱਜ ਦੇ
ਨਾਮ ਦੇ ਦਿੰਨੇ ਆ ਵੀ ਇਹ ਕੋਇਲ ਹੈ ਤੇ ਇਹ ਫਲਾਣਾ ਹੈ। ਹੋ ਸਕਦਾ ਹੈ ਉਦੋਂ ਵੀ ਲੋਕ ਜਿਹੜੇ ਸਨ ਭਾਵਾਂ ਉਹਨਾਂ ਦਾ ਮਜ਼ਹਬ ਇਸ ਗੱਲ ਦੀ ਇਜਾਜ਼ਤ ਨਾ ਦਿੰਦਾ ਹੋਵੇ, ਪਰ ਫਿਰ ਵੀ ਸੰਗੀਤ 'ਚ ਇੱਕ ਆਪਣੀ ਕਸ਼ਿਸ਼ ਹੈ ਜਿਸ ਕਰਕੇ ਔਰ ਫਿਰ ਗੁਰੂ ਬਾਬੇ ਦੀ ਅਦਾ 'ਚ ਉਹਦੀ ਜਿਹੜੀ ਚੁੰਬਕੀ ਸ਼ਕਤੀ ਉਹ ਤਾਂ ਸੰਗੀਤ ਆਪਣੇ ਆਪ 'ਚ ਹੀ ਕਹਿੰਦੇ ਨੇ ਮਾਸ਼ਾ ਅੱਲਾ ਹੈ, ਤੇ ਜੇ ਕਿਧਰੇ ਪੀਰੋ ਮੁਰਸ਼ਦ ਉਹਨੂੰ ਕਹਿ ਦੇਵੇ ਤੇ ਉਹ ਤਾਂ ਫਿਰ ਸੁਭਾਨ ਅੱਲਾ ਹੋ ਗਿਆ ਨਾ ਜੀ। ਤੇ ਉਹ ਕਰਤਾ ਲਿਖਦਾ ਹੈ ਕਿ ਆਵਾਜ਼ਾਂ ਸੁਣ ਕੇ ਅਨੇਕਾਂ ਪਿਆਰੇ ਇਕੱਠੇ ਹੋ ਜਾਂਦੇ ਸਨ ਤੇ ਦਰਸ਼ਨ ਕਰਕੇ ਮौज ਕਰਦੇ ਸਨ ਜੀ। ਵਿਚਾਰਾਂ ਹੁੰਦੀਆਂ ਸਨ, ਬਾਣੀ ਦੀ ਗੱਲ ਹੁੰਦੀ ਸੀ। ਇਹਨਾਂ ਦਰਸ਼ਕਾਂ ਦੇ ਵਿੱਚ ਇੱਕ ਸਲੀਮਾ ਨਾਂ ਦੀ ਬੀਬੀ ਦਾ ਜ਼ਿਕਰ ਆਉਂਦਾ ਹੈ ਜੀ। ਕਫਾ ਦੀ ਸਲੀਮਾ ਕਰਕੇ ਵੀ ਖਿਆਲ ਰਵੇ ਕਿ ਗੁਰੂ ਸਾਹਿਬ ਨੇ ਜਦੋਂ ਆਖਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ, ਥੋੜੀ ਜਿਹੀ ਬੀਬੀਆਂ ਦੀ ਗੱਲ ਇਹਦੇ ਚ ਆ ਜਾਂਦੀ ਹੈ ਕਿਉਂਕਿ ਮੇਰਾ ਇਹ ਤਖਯੁਲ ਜਿਹੜਾ ਹੈ ਉਹ ਮੈਨੂੰ ਰੋਕ ਨਹੀਂ ਪਾਉਂਦਾ ਤੇ ਮੈਂ ਉਧਰ ਰੁੜ ਜਾਣਾ। ਸਾਨੂੰ ਬੜਾ ਵੱਡਾ ਹੈਫ ਹੈ, ਆਰ ਕੰਡੀਸ਼ਨ ਇਜ਼ ਡਿਪਲੋਰੇਬਲ ਕਿ ਅਸੀਂ ਬਾਣੀ ਨੂੰ ਪੜ੍ਹਿਆ ਪਰ ਜੀਵਿਆ ਨਹੀਂ। ਅਸੀਂ ਕਹਿੰਦੇ ਹਾਂ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਪਰ ਅਸੀਂ ਮੰਦਾ ਕਹਿਣੋਂ ਬਾਜ਼ ਨਹੀਂ ਜੇ ਆਏ। ਜੀ। ਕਹਿੰਦੇ ਆ ਕਿ ਔਰਤ ਨੂੰ ਸਥਾਨ ਦਿੱਤਾ, ਬੜੇ ਬੜੇ ਵੱਡੇ ਆਰਟੀਕਲਸ ਲਿਖ ਲਏ, ਰਿਸਰਚ ਕਰ ਲਈਆਂ, ਜੀ, ਪਰ ਪ੍ਰੈਕਟੀਕੈਲਿਟੀ ਤੋਂ ਇੰਪਲੀਕੇਬਿਲਿਟੀ ਤੋਂ ਅਸੀਂ ਸਖਣੇ ਆ। ਸਲੀਮਾ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਇਸਲਾਮ ਦੇ ਵਿੱਚ ਵੀ ਇੰਨੀ ਤਰਜੀਹ ਦਿੱਤੀ ਨਹੀਂ ਗਈ ਇੰਪੋਰਟੈਂਸ ਟੂ ਦ ਵੂਮਨ। ਜੀ। ਪਰ ਮੈਂ ਕਿਉਂਕਿ ਮੇਰਾ ਇਹ ਸ਼ੌਕ ਹੈ ਤੇ ਮੈਂ ਇੱਥੇ ਰਾਬੀਆ ਬਸਰੀ ਦਾ ਜ਼ਿਕਰ ਕਰਨੋਂ ਨਹੀਂ ਰਹਾਂਗਾ, ਜਿਹੜੀ 700ਵੀਂ ਸਦੀ ਵਿੱਚ ਹੋਈ ਹੈ। 700ਵੀਂ ਸਦੀ 700ਵੀਂ ਸਦੀ ਚ ਸੈਯਦ ਉਹਦਾ ਨਾਂ ਹੈ ਰਾਬੀਆ ਬਸਰੀ, ਤੇ ਜਿਹੜੀ ਕਿ ਪੂਰਨ ਮੋਖ ਨੂੰ ਕਹਿ ਲਈਏ ਨਿਜਾਤ ਜਿਹਨੇ ਪਾਈ, ਜਿਹਨੇ ਰੱਬ ਨੂੰ ਪਾਇਆ ਸੀ। ਗੁਲਾਮ ਸੀ ਪਰ ਉਹਨੇ ਰੱਬ ਨੂੰ ਪਾ ਲਿਆ ਸੀ ਜੀ। ਗੁਲਾਮੀ ਦੇ ਆਲਮ ਦੇ ਵਿੱਚ ਸਾਰਾ ਦਿਨ ਇੱਕ ਅਮੀਰ ਦੀ ਗੁਲਾਮੀ ਕਰਦੀ ਸੀ, ਅਮੀਰ ਭਾਵ ਜਿਹੜੇ ਸ਼ੇਖ ਹੁੰਦੇ ਨੇ, ਤੇ ਰਾਤੀ ਉਹਦੀ ਬਾਰਗਾਹ 'ਚ ਬੈਠ ਕੇ ਅਰਦਾਸ ਕਰਦੀ ਹੁੰਦੀ ਸੀ ਕਿ ਮੈਨੂੰ ਇਹ ਅੱਲਾ ਮੈਨੂੰ ਇਸ ਗੁਲਾਮੀ ਤੋਂ ਕਦੋਂ ਨਿਜਾਤ ਦੇਏਗਾ, ਤੇ ਰੋਂਦੀ ਸੀ। ਜਦੋਂ ਅਸੀਂ ਉੱਪਰਲੇ ਲੈਵਲ ਤੇ ਜਾ ਕੇ ਦੇਖੀਏ ਤੇ ਸੰਗਤ ਜੀ ਸਾਨੂੰ ਲੱਗਦਾ ਵੀ ਇਹ ਦੁਨੀਆ ਇੱਕੋ ਹੀ ਹੈ, ਰੱਬ ਦੀ ਦੁਨੀਆ ਇੱਕ ਹੀ ਹੈ, ਇਹ ਬਾਕੀ ਸਾਡੀਆਂ ਦੁਨੀਆ ਬਣਾਈਆਂ ਹੋਈਆਂ ਧਰਮਾਂ ਦੀਆਂ ਤੇ ਵੈਰ ਵਿਰੋਧ ਦੀਆਂ। ਉਹ ਤਾਂ ਹੈ ਹੀ ਹੈ ਜੀ, ਜਦੋਂ ਰੱਬ ਹੀ ਇੱਕ ਹੈ ਤੇ ਫਿਰ ਦੁਨੀਆ ਵੀ ਉਹਦੀ ਇੱਕ ਹੀ ਹੋਣੀ ਸੀ ਨਾ। ਜਦੋਂ ਇੱਕ ਓਮਕਾਰ ਆ ਤੇ ਉਹ ਇੱਕ ਹੈ ਤੇ ਫਿਰ ਉਹਦੀ ਦੁਨੀਆ ਤਾਂ ਇੱਕ ਹੀ ਹੋਣੀ ਹੈ, ਬਾਕੀ ਤਾਂ ਸਾਡੇ ਆਪਣੇ ਅਸੀਂ ਭੁਲੇਖੇ ਪਾਏ। ਜਦੋਂ ਅਸੀਂ ਉਸ ਨੁਕਤੇ ਤੋਂ ਦੇਖੀਏ ਤੇ ਅਸੀਂ ਵੀ ਕਹਿੰਦੇ ਆ ਮੈਂ ਨੀਰ ਵਹੇ ਵਹਿ ਚੱਲੇ ਜੀ, ਅਸੀਂ ਵੀ ਕਹਿੰਦੇ, ਪਰ ਪਤਾ ਨਹੀਂ ਅਸੀਂ ਪੜ੍ਹਦੇ ਆ ਸ਼ਾਇਦ ਕਹਿੰਦੇ ਨਹੀਂ ਆ। ਮੈਂ ਮਾਫ ਕਰਨਾ ਜੇ ਮੈਂ ਇਹ ਕਹਾਂ ਕਿ ਅਸੀਂ ਪੜ੍ਹਦੇ ਆ ਤੇ ਠੀਕ ਹੈ, ਕਹਿੰਦੇ ਆ ਕਿ ਨਹੀਂ ਖਬਰੇ, ਪਰ ਜਿਹੜੇ ਕਹਿੰਦੇ ਨੇ ਉਹ ਇਸ ਗੱਲ ਨੂੰ ਸਮਝਦੇ ਵੀ ਨੇ। ਤੇ ਉਹਨੇ ਜਿਸ ਇੱਕ ਦਿਨ ਉਹਦੇ ਅਮੀਰ ਨੇ ਦੇਖਿਆ ਉਹ ਇਹ ਕੀ ਕਰਦੀ ਪਈ ਹੈ, ਉਹ ਕਹਿੰਦਾ ਜਾ ਮੈਂ ਤੈਨੂੰ ਰਿਹਾ ਕੀਤਾ ਗੁਲਾਮੀ ਤੋਂ। ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਅੱਲਾ ਉਹਦੇ ਮਗਰ ਸੀ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਇਹ ਸਾਡੇ 'ਚ ਵੀ ਹੈ, ਇਹ ਉਹਦੇ 'ਚ ਵੀ ਹੋਇਆ। ਇਸੇ ਤਰ੍ਹਾਂ ਇਹ ਸਲੀਮਾ ਬੀਬੀ ਸੀ ਕਫਾ ਦੇ ਵਿੱਚ ਜਿਹਦਾ ਜ਼ਿਕਰ ਹੈ ਤਾਜਦੀਨ ਹੋਰਾਂ ਨੇ ਕੀਤਾ। ਇਹ ਵੀ ਗੁਰੂ ਸਾਹਿਬ ਕੋਲ ਆਉਂਦੀ ਸੀ ਅਕਸਰ ਬੈਠ ਕੇ, ਤੇ ਜਦੋਂ ਇਹਨੇ ਆਣਾ ਇਹਨੇ ਸਮਾਧੀ ਦੇ ਵਿੱਚ ਲੀਨ ਹੋ ਜਾਣਾ ਜੀ। ਕਈ ਵਾਰੀ ਔਰਾ ਕੁਝ ਲੋਕਾਂ ਦਾ ਬੜਾ ਵਧੀਆ ਮੰਨਿਆ ਜਾਂਦਾ, ਕਈਆਂ ਨੂੰ ਔਰਾ ਮੰਨਣ ਦੀ ਜਾਚ ਹੁੰਦੀ ਹੈ, ਐ ਕਹਿ ਲਈਏ ਔਰਾ ਤੇ ਹੁੰਦਾ ਹੀ ਹੈ ਜੀ। ਆਹ
ਸਿਗਨਲ ਤਾਂ ਚੱਲ ਹੀ ਰਹੇ ਹੁੰਦੇ ਨੇ ਹੁਣ, ਜਿਹਦਾ ਟਰਾਂਸਮੀਟਰ ਜਿਹਦਾ ਕਾਇਮ ਹੋ, ਟਰਾਂਸਮੀਟਰ ਮਾਈਕ ਹੀ ਨਹੀਂ ਫੜਦੇ ਜਿਨ੍ਹਾਂ ਦੇ ਸੋ ਫ੍ਰੀਕੁਐਂਸੀ ਹੈਗੀ ਹੈ। ਜਿਨ੍ਹਾਂ ਦੀ ਫ੍ਰੀਕੁਐਂਸੀ ਕੈਚ ਕਰ ਲੈਂਦੇ ਨੇ ਉਹ ਮੌਜਾਂ ਮਾਰਦੇ ਨੇ, ਦੂਜੇ ਇਸੇ ਚੱਕਰ 'ਚ ਹੀ ਰਹਿ ਜਾਂਦੇ, ਪਤਾ ਨਹੀਂ ਹੈ ਕਿ ਨਹੀਂ ਹੈ, ਪਤਾ ਨਹੀਂ ਹੈ ਕਿ ਨਹੀਂ ਹੈ। ਤੇ ਨਹੀਂ ਫਿਰ ਠੀਕ ਉਹ ਵੀ ਆ, ਇਹ ਐਵੇਂ ਤਾਂ ਨਹੀਂ ਕਹਿੰਦੇ। ਇਹ ਵੀ ਕਹਿ ਦਿੰਦੇ ਆ ਚਲੋ ਜੀ ਜੇ ਮਿਹਰ ਹੋਏਗੀ ਤੇ ਕਰ ਲਾਂ। ਉਹ ਮਿਹਰ, ਇਸ ਤੋਂ ਵੱਡੀ ਮਿਹਰ ਕੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਜਨਮ ਲਿਆ ਹੈ। ਬਾਬੇ ਨੇ ਆਪਣੀ ਉਮਤ 'ਚ ਲਿਆਂਦਾ। ਹਾਂਜੀ, ਇਸ ਤੋਂ ਵੱਡੀ ਮਿਹਰ ਕੀ ਹੈ ਕਿ ਅਸੀਂ ਗੁਰਬਾਣੀ ਦੇ ਲੜ ਲੱਗੇ ਹਾਂ। ਸਾਡਾ ਇਹਦਾ ਮਤਲਬ ਇਹ ਨਹੀਂ ਕਿ ਇਹ ਸਾਰਿਆਂ ਤੋਂ ਵੱਡੀ ਨਹੀਂ, ਜਿਸ ਕਿਸੇ ਧਰਮ ਦੇ ਵਿੱਚ ਵੀ ਰੱਬ ਨੇ ਮੈਨੂੰ ਰੱਖਣਾ ਸੀ, ਉਸ ਘਰ ਦੇ ਵਿੱਚ ਰੱਬ ਨੇ ਮੈਨੂੰ ਜੰਮਿਆ ਹੈ। ਇਹ ਅਕੀਦਾ ਹੈ। ਜੇ ਰੱਬ ਚਾਹੁੰਦਾ ਕਿ ਮੈਂ ਚੰਗਾ ਮੁਸਲਮਾਨ ਬਣਾ, ਮੈਨੂੰ ਇਸਲਾਮ ਦੇ ਵਿੱਚ ਜੰਮ ਦਿੰਦਾ। ਜੇ ਰੱਬ ਚਾਹੁੰਦਾ ਕਿ ਮੈਂ ਚੰਗਾ ਹਿੰਦੂ ਬਣਾ, ਮੈਂ ਕਿਸੇ ਹਿੰਦੂ ਘਰ 'ਚ ਜਨਮ ਲੈ ਲੈਂਦਾ। ਕ੍ਰਿਸਚੀਅਨ ਕਿਸੇ ਚੰਗੇ ਕ੍ਰਿਸਚੀਅਨ ਘਰ 'ਚ। ਜੇ ਮੈਂ ਸਿੱਖ ਘਰ 'ਚ ਜਨਮ ਲਿਆ, ਇਹਦਾ ਮਤਲਬ ਮੇਰੇ ਰੱਬ ਨੇ ਚਾਹਿਆ ਕਿ ਮੈਂ ਸਿੱਖ ਬਣਾ, ਤੇ ਫਿਰ ਮੇਰੇ ਕੋਲ ਕੀ ਹੱਕ ਹੈ, ਕਿਸ ਖਿਆਲ ਦੇ ਨਾਲ ਮੈਂ ਸਿੱਖੀ ਤੋਂ ਬਾਗੀ ਹੋਣਾ ਚਾਹਨਾ? ਇਹ ਮੇਰੇ ਬਾਹਰ ਦੇ ਤੇ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਸਵਾਲ ਹੈ। ਜਾਂ ਤਾਂ ਰੱਬ ਕਹਿ ਦਿਓ ਨਹੀਂ ਹੈਗਾ, ਮੰਨ ਲਿਆ, ਫਿਰ ਇਹ ਸਵਾਲ ਕਿਸੇ ਹੋਰ ਤਰੀਕੇ ਆਏਗਾ। ਪਰ ਜੇ ਸਵਾਲ ਹੈ, ਮੈਂ ਰੱਬ ਨੂੰ ਮੰਨਦਾ, ਤੇ ਫਿਰ ਇਹ ਸਵਾਲ 100% ਵੈਲਿਡ ਹੈ ਕਿ what rights do I have to change? ਜੀ। ਸਭ ਤੋਂ ਪਹਿਲੇ ਉਹ ਕਹਿੰਦੇ ਮੁੱਢੋਂ ਕੁੱਥਾ ਜਾਏ ਹੈ ਕਿ ਮੈਂ ਮੁੱਢੋਂ ਹੀ ਕੁੱਥਿਆ ਗਿਆ ਕਿ ਰੱਬ ਦੇ ਹੁਕਮ ਨੂੰ ਮੰਨਣ ਦੇ ਲਈ ਮੈਂ ਹੁਕਮ ਦੀ ਅਦੂਲੀ ਕਰ ਰਿਹਾ। ਜੀ, ਸਲਾਮ ਜਵਾਬ ਦੋਵੇਂ ਕਰੇ। ਮੁੱਢੋਂ ਕੁੱਥਾ ਜਾ, ਮੁੱਢੋਂ ਹੀ ਕੁੱਥਿਆ ਗਿਆ ਮੈਂ। ਹੁਕਮ ਹੀ ਨਹੀਂ, ਮੈਂ ਉਹਦਾ ਪਹਿਲਾ ਹੁਕਮ ਹੀ ਨਹੀਂ ਮੰਨਿਆ ਕਿ ਜੇ ਮੇਰਾ ਵਾਸਾ ਕਿਸੇ ਘਰ 'ਚ ਰੱਬ ਨੇ ਕੀਤਾ ਹੈ ਤੇ ਮੈਂ ਉਹਨੂੰ ਬਾਗੀ ਕਰਾਰ ਦੇ ਰਿਹਾ ਆਪਣੇ ਆਪ। ਜੀ। ਗੈਟਿੰਗ ਬੈਕ, ਇਹ ਰੋਜ਼ ਆਹਾਰ ਲੈ ਕੇ ਆਉਂਦੀ ਸੀ ਸਲੀਮਾ, ਤੇ ਇਹਨੇ ਆਉਣਾ। ਇਹਦਾ ਪਤੀ ਸੁਦਾਗਰ ਸੀ, ਖਿਆਲ ਰਹੇ, ਊਂਠਾਂ ਦਾ। ਤੇ ਉਹਨੇ ਇੱਕ ਦਿਨ ਬਾਬੇ ਦੀ ਸੰਗਤ 'ਚ ਐਸੀ ਬੈਠੀ ਕਿ ਜੁੜ ਗਈ। ਇੱਥੋਂ ਤੱਕ ਕਿ ਬਾਬੇ ਨੇ ਕਹਿੰਦਾ, ਤਾਜਦੀਨ ਕਹਿ ਰਿਹਾ ਕਿ ਬਾਬੇ ਨੇ ਮੈਨੂੰ, ਭਾਵ ਤਾਜਦੀਨ ਨੂੰ ਹੁਕਮ ਕੀਤਾ, ਸਲੀਮਾ ਨੂੰ ਘਰ ਭੇਜ ਦਿਓ, ਸ਼ਾਮ ਹੋ ਗਈ ਏ, ਇਹਦਾ ਪਤੀ ਆ ਗਿਆ। ਆ ਗਿਆ। ਬਾਬਾ ਤੇ ਜਾਣ ਹੀ ਜਾਣ ਸੀ। ਸਲੀਮਾ ਨੂੰ ਤਾਜਦੀਨ ਨੇ ਉਠਾਇਆ, ਕਹਿੰਦਾ ਬੱਚਿਆ ਜਲਦੀ ਘਰ ਜਾਓ। ਉਹ ਜਾਣ ਲੱਗੀ, ਬਾਬੇ ਦੇ ਚਰਨ ਛੋਹ ਲਿਆ ਉਹਨੇ, ਜਿੱਦਾਂ ਆਂਦੀ ਸੀ ਜਾਂਦੀ ਸੀ। ਪਰ ਉਦਨ ਕੋਈ ਕੌਤਕ ਵਰਤ ਗਿਆ ਕਹਿ ਲਓ, ਕੋਈ ਅਜੀਬ ਗਰੀਬ ਉਹਦੀ ਹਾਲਤ ਹੋ ਗਈ। ਉਹਦੇ ਸਾਰੇ ਸਰੀਰ 'ਚ ਬਿਜਲੀ ਕੌਂਦ ਗਈ, ਤੇ ਉਹ ਹਿਲ ਗਈ। ਐਂ ਲੱਗਿਆ ਉਹਨੂੰ ਕਿ ਮੈਨੂੰ ਤਿੰਨਾਂ ਲੋਕਾਂ ਦੀ ਸੂਝੀ ਹੋ ਗਈ। ਜੀ। ਤੇ 10 ਕਦਮ ਜਿਸ ਵੇਲੇ ਘਰ ਵੱਲ ਪੱਟੇ, ਤੇ ਪਰਤ ਕੇ ਬੋਲੀ, ਲੱਗਦਾ ਮੇਰਾ ਪਤੀ ਘਰ ਆ ਗਿਆ। ਵਾਹ। ਚਰਨ ਛੂ। ਤੇ ਬਾਬੇ ਨੇ ਫਰਮਾਇਆ, ਆਈ ਸ਼ਕਤੀ ਨੂੰ ਜਰਨਾ, ਟੋਲਰੇਟ ਇਟ, ਧੀਰਜ ਧਾਰਨਾ। ਪਾਉਣਾ ਵੀ ਬੜਾ ਔਖਾ ਹੈ, ਪਰ ਪਾਉਣ ਤੋਂ ਜ਼ਿਆਦਾ ਔਖਾ ਹੈ ਕਿ ਉਹਨੂੰ ਸੰਭਾਲ ਕੇ ਰੱਖਣਾ, ਟੂ ਮੇਨਟੇਨ ਅ ਲੈਵਲ। ਯੈਸ, ਇਟਸ ਅ ਮਸਟ। ਉਹ ਘਰ ਗਈ, ਉਹਦਾ ਨਾਮ ਤਾਜਦੀਨ ਨੇ ਯਾਇਆ ਗੁਲਾਮ ਲਿਖਿਆ, ਗੁਲਾਮ ਯਾਇਆ। ਉਹ ਬੜੇ ਰੋਜ ਸੀਗਾ, ਉਹਨੂੰ ਲੋਕਾਂ ਨੇ ਚੁੱਕ ਚੁਕਾ ਕਰਤਾ, ਓਏ ਤੇਰੀ ਬੀਬੀ ਤੇ ਤੇਰੇ ਘਰੋਂ ਜਿਹੜੀ ਆ ਉਹ ਤਾਂ ਕਿਸੇ ਕਾਫਰ ਦੀ ਚੇਲੀ ਬਣ ਗਈ ਆ। ਇੱਧਰ ਚਲ ਗਈ, ਉੱਧਰ ਚਲ ਗਈ, ਕਈ ਲੋਕੀ ਗੱਲਾਂ ਕਰਦੇ ਨੇ ਜੀ। ਇਹ ਘਰ ਗਈ ਤੇ ਜਾਂਦਿਆਂ ਹੀ ਕਹਿੰਦੀ ਹੈ,
ਉਹ ਪਹਿਲੇ ਉਹਨੇ ਕਿਹਾ ਵੀ ਕਿੱਥੇ ਗਈ ਸੈਂ, ਉਹ ਗੁੱਸੇ 'ਚ ਬੋਲਣ ਲੱਗਾ ਨਾ, ਉਹ ਕਹਿੰਦੀ ਮੈਂ ਸਾਰਾ ਕੁਝ ਦੱਸਦੀ ਹਾਂ, ਪਹਿਲੇ ਇਹ ਦੱਸੋ ਵੀ ਤੁਸੀਂ ਮੇਰੇ ਪਿੱਛੋਂ ਘਰ ਆ ਕੇ ਤੇ ਚਲੇ ਕਿਵੇਂ ਗਏ। ਉਹ ਹਿਲ ਗਿਆ ਵੀ ਇਹਨੂੰ ਤੇ ਪਤਾ ਨਹੀਂ ਹੋਣਾ ਚਾਹੀਦਾ। ਉਹ ਫਿਰ ਪੁੱਛਦੀ ਤਫਸੀਲ ਦੇ ਨਾਲ, ਰੋਟੀ ਪਾਣੀ ਖਾਓ, ਗੱਲ ਕਰਦੇ ਹਾਂ। ਰੋਟੀ ਪਾਣੀ ਬਣਾਇਆ, ਉਹਨੇ ਛਕਾਇਆ, ਤੇ ਕਹਿੰਦੀ ਪਹਿਲੇ ਤੁਸੀਂ ਦੱਸੋਗੇ ਤੁਹਾਡੇ ਨਾਲ ਕੀ ਹੋਇਆ ਸੀ। ਕਹਿੰਦਾ ਵੀ ਪਿਛਲੇ ਕਾਫਲੇ ਜਦੋਂ ਮੈਂ ਗਿਆ ਮਿਸਰ ਵੱਲ, ਤੇ ਕਿਸੇ ਬਾਗ ਦੇ ਵਿੱਚ ਅੰਗੂਰਾਂ ਦਾ ਬਾਗ ਸੀ, ਮੇਰੇ ਇੱਕ ਊਂਠਾਂ ਦਾ ਵਪਾਰੀ ਸੀ, ਉਹ ਮੇਰੇ ਇੱਕ ਊਂਠ ਨੇ ਅੰਗੂਰ ਖਾ ਲਏ ਕਿਸੇ ਬਾਗ ਦੇ। ਉਹ ਬਾਗ ਦਾ ਮਾਲੀ ਬੁੱਢਾ ਸੀ, ਉਹਨੇ ਊਂਠ ਨੂੰ ਵੱਟਾ ਮਾਰਿਆ, ਤੇ ਊਂਠ ਬੁੱਢਾ ਸੀ, ਉਹ ਮਰ ਗਿਆ, ਉਹਦੀ ਧੌਣ 'ਚ ਲੱਗਾ। ਕਹਿੰਦਾ ਮੈਨੂੰ ਗੁੱਸਾ ਚੜ ਗਿਆ, ਤੇ ਮੈਂ ਵੱਟਾ ਉਹਨੂੰ ਵਾਪਸ ਮਾਰਿਆ ਕਿ ਮੇਰਾ ਊਂਠ ਮਾਰਤਾ ਹੀ, ਉਹ ਬੁੱਢਾ ਮਰ ਗਿਆ। ਹੁਣ ਅਦਾਲਤ ਵਿੱਚ ਪੇਸ਼ ਹੋਣਾ ਪੈ ਗਿਆ ਕਿ ਜ਼ੁਲਮ ਦਾ ਜਿਹੜਾ ਬਰਾਬਰ ਦਾ ਜ਼ੁਲਮ ਹਿੱਸੇਦਾਰ ਹੈ, ਤੇ ਗੁਨਾਹ ਦੇ ਬਰਾਬਰ ਤੁਸੀਂ ਉਹਨਾਂ ਹੀ ਗੁਨਾਹ ਫੇਰ ਕਬੂਲੋ। ਹੁਣ ਇਹਨੇ ਗੁਨਾਹ ਕੀਤਾ ਸੀ, ਖੂਨ ਦਾ ਬਦਲਾ ਖੂਨ ਸੀ। ਉਹ ਕਹਿੰਨੂੰ ਕਵੇ ਕਿ ਮੈਂ ਵੀ ਤੈਨੂੰ ਜਾਂ ਤਾਂ ਤੂੰ 500 ਮੋਹਰਾਂ ਲਿਆ ਤੇ ਤਾਂ ਤੈਨੂੰ ਖੂਨ ਮਾਫ ਕਰੀਏ। ਉਹ ਕਹਿੰਦਾ ਕਿ ਮੇਰੇ ਕੋਲ ਤੇ ਮੇਰਾ ਪਰਾਇਆ ਮੁਲਕ ਹੈ, ਤੇ ਮੈਂ ਤੇ ਹਾਲੇ ਕਮਾਇਆ ਵੀ ਨਹੀਂ, ਮੈਂ ਤੇ ਕਮਾਨ ਚੱਲਿਆ ਸੀ, ਤੇ ਮੈਨੂੰ ਤੁਸੀਂ 3 ਦਿਨ ਦੀ ਮੋਹਲਤ ਦੇ ਦਿਓ। ਉਹ ਜਿਹੜਾ ਉੱਥੇ ਦਾ ਸ਼ੇਖ ਸੀ, ਉਹ ਕਹਿੰਦਾ ਵੀ ਮੈਂ ਮੋਹਲਤ ਨਹੀਂ ਦੇ ਸਕਦਾ, ਹਾਂ ਤੂੰ ਕਿਸੇ ਜਾਮਨ ਨੂੰ ਲੈ ਆ, ਸ਼ੋਰਿਟੀ, ਵਾਰੰਟੀ, ਗਾਰੰਟਰ। ਉਹ ਕਹਿੰਦਾ ਮੈਂ ਤੇ ਇੱਥੇ ਪਰਦੇਸੀ ਆਦਮੀ ਹਾਂ, ਮੇਰੇ ਕੋਲ ਤੇ ਕੋਈ ਗਾਰੰਟਰ ਹੀ ਨਹੀਂ ਹੈਗਾ। ਸਾਰੇ ਦਰਬਾਰ 'ਚ ਉਹਨੇ ਦੇਖਿਆ ਇੱਕ ਬਾਬਾ ਚਿੱਟੇ ਕੱਪੜਿਆਂ ਵਾਲਾ ਸੀ। ਉਹ ਕਹਿੰਦਾ ਜੀ ਮੈਂ ਇਹਦੀ ਗਾਰੰਟੀ ਲੈਣਾ। ਉਹਨੇ ਦੇਖਿਆ ਵੀ ਇਹ ਮੇਰੇ ਸ਼ਹਿਰ ਦਾ ਹੀ ਹੈ, ਮੇਰੇ ਦਰਬਾਰ 'ਚ ਬੈਠਾ ਹੈ। ਉਹ ਕਹਿੰਦਾ ਠੀਕ ਹੈ ਜਾ ਬਾਈ। ਇਹ ਭੱਜਾ ਭੱਜਾ ਘਰ ਗਿਆ, ਕਹਿੰਦਾ ਮੈਂ ਘਰ ਆਇਆ, ਤੂੰ ਘਰ ਨਹੀਂ ਸੀ ਹੈਗੀ, ਤੇ ਮੈਂ ਤੈਨੂੰ ਦੱਸੇ ਬਗੈਰ 500 ਮੋਹਰਾਂ ਲੈ ਕੇ ਚਲਾ ਗਿਆ। ਉੱਥੇ ਗਿਆ ਤੇ ਮੈਂ 500 ਮੋਹਰਾਂ ਜਮ੍ਹਾਂ ਕਰਾਈਆਂ, ਤੇ ਮੈਂ ਕਿਹਾ ਵੀ ਮੇਰੀ ਬੰਦ ਖਲਾਸੀ ਹੋ ਗਈ। ਕਹਿੰਦਾ ਮੈਂ ਦੇਖਿਆ ਵੀ ਉਹ ਬਾਬਾ ਕਿਧਰੇ ਮਿਲ ਜੇ, ਉਹਦਾ ਸ਼ੁਕਰੀਆ ਅਦਾ ਕਰਦੇ ਹਾਂ, ਤੇ ਉਹ ਕਹਿੰਦਾ ਮਿਲਿਆ ਨਹੀਂ ਮੈਨੂੰ, ਉਹ ਪਤਾ ਨਹੀਂ ਕਿੱਥੇ ਰਹਿ ਗਿਆ। ਤੇ ਕਹਿੰਦਾ ਮੇਰੇ ਨਾਲ ਤੇ ਇਹ ਵਾਪਰੀ ਹੈ, ਹੁਣ ਤੂੰ ਦੱਸ। ਉਹ ਕਹਿੰਦੀ ਕਿ ਮੈਂ ਸਵੇਰੇ ਜਿਹਦੇ ਕੋਲ ਜਾਨੀ ਆ, ਮੈਂ ਤੈਨੂੰ ਉਹਦੇ ਕੋਲ ਲੈ ਚੱਲਾਂਗੀ। ਕਹਿੰਦਾ ਹਾਂ ਮੈਂ ਉਹਦੇ ਕੋਲ ਉਹਨੂੰ ਮਿਲਣਾ ਹੈ, ਵੀ ਜਿਹਨੇ ਮੇਰੀ ਬੀਵੀ ਨੂੰ ਇੰਨੀ ਇਹਦੀ ਅਵਸਥਾ ਏਡੀ ਉੱਚੀ ਕਰਤੀ ਆ, ਮੈਂ ਵੀ ਤਾਂ ਮਿਲਾਂ, ਕਿ ਮੈਂ ਵੀ ਤਾਂ ਉਹਦੇ ਦਰਸ਼ਨ ਕਰਾਂ। ਕਹਿੰਦੇ ਜਿਸਲੇ ਸਵੇਰੇ ਗਿਆ, ਕਹਿੰਦਾ ਇਹੀ ਤੇ ਬਾਬਾ ਸੀ ਜਿਹਨੇ ਮੇਰਾ ਉੱਥੇ ਜਾਮਨ ਕੀਤਾ ਸੀ। ਧੰਨ ਨਾਨਕ ਤੇਰੀ ਵੱਡੀ ਕਮਾਈ, 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 ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਇਸ ਇੰਸਟਾਂਸ ਤੋਂ ਬਾਅਦ ਉਸ ਸ਼ਹਿਰ ਦਾ ਕਫਾ ਦਾ ਇੱਕ ਕਾਜ਼ੀ ਸੀ ਜਿਹਦਾ ਨਾਂ ਸੀ ਹਾਲੀ ਬਾਦਸ਼ਾਹ ਜੀ। ਬੜਾ ਸ਼ਰਾਹ ਦਾ ਕੱਟੜ। ਹੁਣ ਹਿੰਦੀ ਬਾਬੇ ਦੀ ਵਡਿਆਈ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੋਈ, ਤੇ ਨਫ਼ਰਤ ਤੇ ਹਉਮੈ ਉਹਦੇ ਚ ਭਰ ਗਈ। ਉਹਨੇ ਗੁਲਾਮ ਯਾਇਆ ਨੂੰ ਤੇ ਸਲੀਮਾ ਨੂੰ ਫਤਵਾ ਲਾ ਦਿੱਤਾ, ਇਹ ਕਾਫਰ ਹੋ ਗਏ ਨੇ। ਇੱਥੇ ਬਸ ਨਹੀਂ,
ਉਹਨੇ ਬਾਬੇ ਨਾਨਕ ਨੂੰ ਵੀ ਕਾਫਰ ਕਰਾਰ ਦੇ ਦਿੱਤਾ। 2 ਦਿਨ ਬੀਤ ਗਏ ਤੇ ਤੀਜੇ ਦਿਨ ਕੀਰਤਨ 'ਚ ਇਕੱਠੇ ਹੋਇਆਂ ਨੂੰ ਨਾ ਖਬਰ ਦਿੱਤੀ ਕਿ ਇਨਲ ਹਾਜ਼ਰੀਨਾ ਵਪਾਸਾ ਹਾਲੀ ਹਲਾਕਤੂਨ ਫੀ ਮਰਜ਼ੇ ਖਲੀਜੇ ਸਲਸਹੂ ਬਜਾਨਬੇ ਮਰਗ ਹਜੀ ਮਹਜ਼ ਜਾਤੁਨ ਹਾਜ਼ਾਨ ਬੀ ਫਲਾਇਕਾ ਨਾਨਕ ਤੋਹਿਨਾ ਤਾਂ ਮੁਰਤਦਾਤੁਨ। ਕਿ ਭਾਈਓ ਉਹ ਸਾਧ ਸੰਗਤੋ, ਇਹ ਜਿਹੜਾ ਪਾਸ਼ਾ ਏ ਇਹ ਪੇਟ ਦੀ ਬਿਮਾਰੀ ਦੇ ਨਾਲ ਮਰ ਰਿਹਾ ਹੈ ਤੀਸਰੇ ਦਿਨ 'ਚ। ਅੱਜ 3 ਦਿਨ ਤੋਂ ਮੌਤ ਦੇ ਬਿਸਤਰੇ ਤੇ ਤੜਫ ਰਿਹਾ ਹੈ ਤੇ ਇਹ ਸ਼ਕਤੀ ਸਾਡੇ ਨਬੀ ਕਰੀਮ ਅਲੇ ਰਹਿਮਤ ਦੀ ਹੈ, ਕਿਉਂਕਿ ਉਹਨੇ ਸਾਡੇ ਮੁਰਸ਼ਦ ਦੀ ਤੌਹੀਨ ਕੀਤੀ ਹੈ। ਸਾਰੇ ਕਹਿਣ ਕਿ ਨਹੀਂ ਉਹਨੂੰ ਫਤਵਾ ਕਰਾਰ ਦਿਓ, ਗੁਰੂ ਸਾਹਿਬ ਕਹਿੰਦੇ ਨਹੀਂ। ਖਲਾਕਾ ਇਨਸਾਨੀਯੂਨ, ਇਨਸਾਨ ਦਾ ਫਰਜ਼ ਦੁੱਖ ਦੇਣ ਵਾਲੇ ਨੂੰ ਦੁੱਖ ਦੇਣਾ ਨਹੀਂ, ਸਗੋਂ ਰਾਜ਼ੀ ਕਰਨਾ ਹੈ। ਜੋ ਤੈ ਮਾਰਨ ਮੁਕੀਆਂ ਤੇ ਨਾ ਮਾਰੇ ਕੌਮ। ਫਰੀਦਾ ਬੁਰੇ ਦਾ ਬਾਣੀ ਦੇ ਵਿੱਚ ਸਾਡੇ ਕੋਲ ਹਰ ਗੱਲ ਦਾ ਜਵਾਬ ਹੈ ਜੇ ਅਸੀਂ ਲੱਭੀਏ। ਪਾਤਸ਼ਾਹ ਅਸੀਂ ਕਿਸੇ ਨੂੰ ਮਾਫ ਕਿਵੇਂ ਕਰੀਏ? ਫਰਗਿਵ ਐਂਡ ਫੋਰਗੇਟ ਅੰਗਰੇਜ਼ ਕਹਿੰਦੇ ਆ, ਫਰਗਿਵ ਐਂਡ ਫੋਰਗੇਟ। ਕਿੱਦਾਂ ਹੁੰਦਾ? ਕੀ ਅਸੀਂ ਕਹਿੰਦੇ ਨੇ ਅੱਛਾ ਚੱਲ ਤੈਨੂੰ ਮਾਫ ਕੀਤਾ, ਸਾਲ ਬਾਅਦ 2 ਮਹੀਨੇ ਬਾਅਦ ਭਾਵੇਂ ਘਰ 'ਚ ਹੀ ਦੇਖੀਏ, ਅਸੀਂ ਜਨਾਨੀ ਹੋਈਏ, ਭੈਣ ਭਰਾ ਹੋਈਏ, ਰਿਸ਼ਤੇਦਾਰ ਹੋਈਏ, ਅਸੀਂ ਕਹਿੰਦੇ ਹਾਂ ਚੱਲ ਠੀਕ ਹੈ, ਚੱਲ ਜੱਫੀ ਪਾ ਲੇ ਵੀਰ, ਆਪਾਂ ਰਜਾਮੰਦੀ ਹੋ ਗਈ, ਲੜਾਈ ਖਤਮ। ਉਹ 2-3 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ ਫਿਰ ਕੋਈ ਗੱਲ ਹੁੰਦੀ, ਅੱਗੇ ਵੀ ਤੂੰ ਮੇਰੇ ਨਾਲ ਏਦਾਂ ਕੀਤਾ ਸੀ। ਫਿਰ ਉਹ ਕਹਿੰਦਾ ਵੀ ਇਹ ਨਹੀਂ ਕਹਿ ਸਕਦਾ ਵੀ ਤੂੰ ਤੇ ਮਾਫ ਕਰਤਾ ਸੀ, ਫਿਰ ਜੇ ਮਾਫ ਕਰਤਾ ਚੇਤਾ ਕਿਉਂ ਆਇਆ? ਇੱਕ ਬੜੀ ਸੋਹਣੀ ਗੱਲ ਮੈਨੂੰ ਕੁਦਰਤੀ ਤੁਹਾਡੀ ਗੱਲ ਤੋਂ ਚੇਤੇ ਆ ਗਈ ਹੈ, ਸਮਝਦਾ ਇੱਥੇ ਜੋੜ ਲਈ ਜਾਏ ਤੇ ਸਾਡੇ ਫਾਇਦੇ 'ਚ ਹੋਏਗੀ। ਅਸੀਂ ਇੱਕ ਵਾਰੀ ਆਪਣੇ ਪ੍ਰੋਗਰਾਮ 'ਚ ਨਾ ਈਦ ਮਨਾਈ ਸੀ। ਅੱਛਾ। ਏਕ ਨੂਰ 'ਚ, ਤੇ ਏਕ ਓਂਕਾਰ ਦੇ ਵੇਲੇ ਦੀ ਪਹਿਲੀ ਗੱਲ ਹੈ। ਉਹਦੇ ਵਿੱਚ ਚਰਚਾ ਆਈ ਕਿ ਈਦ ਵਾਲੇ ਦਿਨ ਮੁਸਲਮਾਨ ਭਰਾ ਕੀ ਕਰਦੇ ਨੇ ਕਿ ਜਿਨ੍ਹਾਂ ਦੀਆਂ ਦੁਸ਼ਮਣੀਆਂ ਵੀ ਹੁੰਦੀਆਂ ਨੇ ਨਾ, ਉਹ ਵੀ ਕਹਿੰਦੇ ਨੇ ਚੱਲ ਪਿਛਲੀ ਛੱਡ ਤੇ ਅੱਜ ਗਲੇ ਮਿਲਦੇ ਆ। ਯਾ ਬਿਲਕੁਲ ਠੀਕ ਹੈ। ਜਿਹੜੀ ਤੁਸੀਂ ਗੱਲ ਕੀਤੀ ਨਾ, ਫੋਰਗਿਵ ਐਂਡ ਫੋਰਗੇਟ, ਚੱਲ ਦੁਸ਼ਮਣੀ ਛੱਡ, ਅੱਜ ਆਪਾਂ ਭਰਾ ਵਾ, ਕਿਉਂਕਿ ਸਾਡਾ ਪਿਓ ਇੱਕ ਆ, ਆਪਾਂ ਭਰਾ ਵਾ, ਤੇ ਆ ਗਲੇ ਮਿਲਦੇ। ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਕਿਉਂ ਨਾ ਆਪਾਂ ਗੁਰਪੁਰਬ ਦੇ ਮੌਕੇ ਤੇ ਅਜਿਹਾ ਕਰਿਆ ਕਰੀਏ। ਗੁਰਪੁਰਬ ਤੇ ਗੁਰਪ੍ਰੀਤ ਜੀ ਮੈਂ ਇੰਨੀ ਵਾਰੀ ਗੱਲ ਕਰ ਚੁੱਕਾ ਹੋਇਆ ਵੀ ਅਸੀਂ ਘਰਾਂ ਦੇ ਵਿੱਚ ਕੋਈ ਕਾਰਜ ਕਰਦੇ ਆ ਨਾ, ਤੇ ਸਾਨੂੰ ਉਮਰਾਂ ਤੱਕ, ਬੁੱਢੇ ਵਾਰੇ ਤੱਕ ਨਾ ਯਾਦ ਰਹਿੰਦਾ ਭਈ ਅਸੀਂ ਘਰ 'ਚ ਕਾਰਜ ਕੀਤਾ ਸੀ, ਆਪਣੇ ਬੱਚੇ ਦਾ ਪੱਗ ਦਸਤਾਰਬੰਦੀ, ਵਿਆਹ ਜਾਂ ਕੋਈ ਵੀ ਇਹੋ ਜਿਹਾ, ਭਈ ਉਹ ਕਿਆ ਬਾਤ ਸੀ, ਸਾਰੇ ਘਰ ਦੇ ਅੱਡੀਆਂ ਤੇ ਪੱਬਾਂ ਤੇ ਖੜੋਤੇ ਸੀ, ਭੱਜ ਨੱਸ ਬੜੀ ਸੀ, ਬੜਾ ਕੋਆਪਰੇਸ਼ਨ ਸੀ, ਬੜੀ ਸਾਰੇ ਸ਼ਹਿਰ 'ਚ ਵਾਵਾ ਹੋਈ ਸੀ, ਸਾਰੀਆਂ ਕਈ ਗੱਲਾਂ ਅਸੀਂ ਯਾਦ ਰੱਖਦੇ ਹਾਂ ਔਰ ਸਾਰੀ ਉਮਰ ਚੱਲਦੀਆਂ ਰਹਿੰਦੀਆਂ। ਇੱਕ ਕਾਰਜ ਅਸੀਂ ਆਪਣੇ ਗੁਰੂ ਪਿਤਾ ਦਾ ਗੁਰਪੁਰਬ ਸਾਲ 'ਚ ਪਤਾ ਨਹੀਂ 12, 14, 15 ਅੱਜ ਸ਼ਹੀਦੀ ਹੈ। ਵੱਡੇ ਗੁਰਪੁਰਬਾਂ ਦੀ ਗੱਲ ਕਰੀਏ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦਾ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ, ਪ੍ਰਕਾਸ਼, ਮੋਟੇ ਗੁਰੂ ਗੋਬਿੰਦ ਸਿੰਘ ਦੇ, ਛੋਟੇ ਸਾਹਿਬਜ਼ਾਦਿਆਂ ਦੇ, ਕਿੰਨੇ ਕਾਰਜ ਸਾਲ 'ਚ ਕਰਦੇ ਆ। ਲੱਖਾਂ ਕਰੋੜਾਂ ਰੁਪਈਆ, ਡਾਲਰ ਅਸੀਂ ਖਰਚ ਕਰ ਦਿੰਦੇ ਆ। ਕੋਈ ਪੁੱਛੇ 1 ਮਹੀਨੇ ਬਾਅਦ ਕਿ ਉਸ ਗੁਰਪੁਰਬ ਵਾਲੇ ਦਿਨ ਵਾਕ ਕਿਹੜਾ ਆਇਆ ਸੀ, ਉਸ ਘਰ ਦੇ ਕਾਰਜ ਲਈ ਸਾਨੂੰ ਸਾਰਾ ਯਾਦ ਰਹਿੰਦਾ ਕਿ ਫਲਾਣੇ ਨੇ ਇਹ ਕਿਹਾ ਸੀ, ਫਲਾਣੇ ਨੇ ਇਹ, ਸਾਰੀ ਦੁਨੀਆ ਦੇ ਕਮੈਂਟਸ ਜਿਹੜੇ ਆ ਨਾ ਸਾਨੂੰ ਯਾਦ ਰਹਿੰਦੇ। ਜਿਹਨੇ ਬੁਰਾ ਕਿਹਾ ਹੁੰਦਾ ਉਹਦਾ ਵੀ ਯਾਦ ਰਹਿੰਦਾ, ਪਰ ਗੁਰਪੁਰਬ ਦਾ, ਜਦ ਕਿ ਪਾਤਸ਼ਾਹ ਦਾ ਕਹਿਣਾ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਦੇਖੋ ਉਹ ਕੁਰਬਾਨ ਜਾਂਦਾ ਤੇ ਅਸੀਂ ਖਰੇ ਉਸ ਦੇ ਕਾਬਲ ਵੀ ਹੈਗੇ ਆ। ਜੀ
ਸਹੀ ਗੱਲ। ਜਦੋਂ ਕਾਰਜ ਦੀ ਗੱਲ ਕਰੀਏ ਸੀ, ਬਹੁਤ ਵਧੀਆ ਗੱਲ ਹੋਵੇ ਜੇ ਗੁਰਪ੍ਰੀਤ ਜੀ ਸਾਨੂੰ ਇਹ ਸਮਝ ਆ ਜੇ ਕਿ ਅੱਜ ਗੁਰਪੁਰਬ ਹੈ। ਅੱਜ ਅਸੀਂ ਦੇਖੋ, ਸਾਡਾ ਮਾਲਕ ਸਾਨੂੰ ਸਿਖਾਉਂਦਾ ਹੈ ਕਿ ਸਿੱਖਾ ਤੂੰ ਗਲਤੀ ਕੀਤੀ ਹੈ, ਤੂੰ ਆ ਕੇ ਕਹਿ ਮੈਥੋਂ ਹੋ ਗਈ, ਕਿਉਂਕਿ ਮੈਥੋਂ ਗਲਤੀ ਹੋ ਗਈ, ਮੈਂ ਤੈਨੂੰ ਮਾਫ ਕੀਤਾ। ਜੈਸਾ ਬਾਲਕ ਪਾਏ ਸੁਪਾਏ, ਲੱਖ ਅਪਰਾਧ ਕਮਾ ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬਾਹੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ। ਉਹ ਮੈਂ ਪੜਾਇਆ ਤੁਹਾਨੂੰ ਮੇਰੇ ਬੱਚਿਓ, ਪਰ ਤੁਸੀਂ ਪੜਿਆ? ਤੁਸੀਂ ਤੇ ਕਹਿੰਦੇ ਹੋ ਤੂੰ ਤੇ ਮੈਨੂੰ ਇਹ ਕੀਤਾ ਸੀ ਫਲਾਣੇ ਸੰਨ ਦੇ ਵਿੱਚ, ਅਸੀਂ ਤੇ ਫਟ ਪੁਰਾਣੀਆਂ ਫਾਈਲਾਂ ਖੋਲ ਕੇ ਗਾਂ ਲੈ ਆਨੇ। ਜੇ ਕਿਧਰੇ ਸਾਨੂੰ ਗੁਰਬਾਣੀ ਪੜ੍ਹ ਕੇ ਇਹ ਸੋਝੀ ਆ ਜਾਏ, ਜੇ ਅਸੀਂ ਕਿਧਰੇ ਕਹਿ ਦਈਏ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਜੇ ਕਿਧਰੇ ਇਹ ਆ ਜੇ ਤੇ ਅਸੀਂ ਮਾਫ ਕਰਨਾ ਸਿੱਖ ਲਈਏ। ਬਿਲਕੁਲ। ਸੋ ਇਹ ਬੜਾ ਵੱਡਾ ਇੱਕ ਗੁਣ ਹੈ, ਤੇ ਮੇਰੇ ਖਿਆਲ ਬਹੁਤ ਵੱਡਾ ਬੋਝ ਆਪਣੇ ਦਿਮਾਗ ਤੋਂ ਨਿਕਲ ਜਾਂਦਾ ਹੈ ਜੇ ਇਹੀ ਸੋਚੀਏ ਚੱਲ ਮਾਫ ਕੀਤਾ। ਤੇ ਗੁਣ ਵੇਖੋ ਹੁਣ ਇਤਿਹਾਸ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ। ਇਹਦੀ ਵਿਚਾਰ ਅਸੀਂ ਜੇ ਹੋਰ ਖੁੱਲ ਕੇ ਕਰਨੀ ਹੈ, ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ।